ਨੱਚਣ ਦੀ ਕੁੱਦਣ ਦੀ ਤੇ ਗਾਉਣ ਦੀ ਗਿਆਨ ਤੇ ਵਿਗਿਆਨ ਦੀ ਖੇਡਾਂ ਲਿਖਣ ਯੁੱਗ ਦੀ ਸ਼ੋਗ ਦੀ ਪੂਰਾ ਬੋਲੇ ਵਗਦੀ ਸਿੰਧੀਏ ਨਵੀਂ ਕਿਆਰੀ ਲਾਏ ਨਵੀਂ ਉਡਾਰੀ ਪ੍ਰੋਗਰਾਮ ਨਵੀਂ ਉਡਾਰੀ। ਮੈਂ ਹਾਂ ਪਰਮਵੀਰ। ਅੱਜ ਸਾਡੇ ਵਿੱਚ ਪਹੁੰਚਿਆ ਹੈ 13 ਸਾਲ ਦਾ ਬੱਚਾ ਜੋ ਕਿ ਇੱਕ ਉਦਯੋਗਪਤੀ ਹੈ। ਬਿਲਕੁਲ ਸਹੀ, ਉਦਯੋਗਪਤੀ ਹੈ ਔਰ ਨਾਲ ਦੀ ਨਾਲ ਇੱਕ ਬਹੁਤ ਵੱਡੀ ਕੰਪਨੀ ਦਾ CEO ਹੈ। ਔਰ ਤੁਹਾਨੂੰ ਦੱਸ ਦਈਏ ਕਿ ਉਹਨੇ ਕਈ ਸਾਰੀਆਂ ਵੈਬਸਾਈਟਸ ਬਣਾਈਆਂ ਔਰ ਖਿਤਾਬ ਤਾਂ ਇੰਨੇ ਹੈ ਕਿ ਜੇ ਮੈਂ ਖਿਤਾਬਾਂ ਦਾ ਜ਼ਿਕਰ ਕਰਨ ਲੱਗ ਜਾਂ ਤਾਂ ਇਹ ਪ੍ਰੋਗਰਾਮ ਜਿਹੜਾ ਹੈ ਅਧੂਰਾ ਪੈ ਜਾਏਗਾ, ਕਿਉਂਕਿ ਉਹਦੇ ਵਿੱਚੋਂ ਜਿਹੜੇ ਖਾਸ ਕਿਤਾਬ ਹੈ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਪੁਰਸਕਾਰ ਮਿਲ ਚੁੱਕਿਆ ਔਰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋ ਚੁੱਕਿਆ ਔਰ ਵਰਲਡ ਰਿਕਾਰਡ ਆਫ ਇੰਡੀਆ ਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਹੈ ਆ ਚੁੱਕਿਆ ਹੈ। ਮੇਰੇ ਖਿਆਲ ਤੁਸੀਂ ਉਸ ਬੱਚੇ ਨੂੰ ਜਾਣਦੇ ਹੀ ਹੋ, ਤੁਸੀਂ ਦੇਖਿਆ ਹੀ ਹੋਏਗਾ। ਉਹ ਹੈ ਜੀ ਮਾਸਟਰ ਮਿਧਾਂਸ਼ ਕੁਮਾਰ ਗੁਪਤਾ। ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਦਰਸ਼ਕ ਹੈ ਉਹਨਾਂ ਦਾ ਸਵਾਗਤ ਤੇ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ। ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ। ਇੰਨੇ ਸਾਰੇ ਅਵਾਰਡਸ ਹਾਸਿਲ ਕਰਕੇ ਤੁਸੀਂ ਅੱਜ ਸਾਡੇ ਦੂਰਦਰਸ਼ਨ ਦੇ ਵਿਹੜੇ ਦੇ ਵਿੱਚ ਪਹੁੰਚੇ ਹੋ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਦਰਸ਼ਕਾਂ ਦੇ ਨਾਲ। ਤੇ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹਾਂਗੀ ਤੁਹਾਡੇ ਤੋਂ, ਅਵਾਰਡਸ ਦੀ ਵੀ ਆਪਾਂ ਲਿਸਟ ਤੁਹਾਡੇ ਤੋਂ ਜਾਣਾਂਗੇ, ਤੇ ਇਹ ਸਫ਼ਰ ਜਿਹੜਾ ਹੈ ਸ਼ੁਰੂ ਕਿੱਦਾਂ ਹੋਇਆ? ਵੈਬਸਾਈਟਸ ਬਣਾਉਣੀਆਂ ਹੈ ਨਾ, ਸਾਨੂੰ ਪਤਾ ਵੀ ਨਹੀਂ ਸੀ ਇਸ ਉਮਰ ਦੇ ਵਿੱਚ ਵੀ ਵੈਬਸਾਈਟ ਕਹਿੰਦੇ ਕਿਹਨੂੰ ਹੈ, ਤੇ ਤੁਹਾਡੇ ਜਿੰਨਾ ਬੱਚਾ ਜਿਹੜਾ ਵੈਬਸਾਈਟ ਬਣਾ ਰਿਹਾ ਹੈ ਔਰ ਇੰਨੀ ਸਫਲਤਾ ਹਾਸਿਲ ਕੀਤੀ ਹੈ, ਕੀ ਰਾਜ਼ ਹੈ ਇਸ ਦੇ ਪਿੱਛੇ? ਇਹ ਜਿਹੜੀ ਮੇਰੀ ਜਰਨੀ ਸ਼ੁਰੂ ਹੋਈ ਸੀਗੀ, ਇਹ ਜਦੋਂ ਮੈਂ ਸਿਰਫ 5 ਸਾਲ ਦਾ ਸੀ ਉਦੋਂ ਮੈਂ ਥੋੜਾ ਬਹੁਤ ਸਿੱਖਣਾ ਸ਼ੁਰੂ ਕਰਤਾ ਸੀ, ਕਿਉਂਕਿ ਮੇਰੇ ਪੇਰੈਂਟਸ IT ਫੀਲਡ ਦੇ ਵਿੱਚ ਨੇਗੇ ਤੇ ਉਹਨਾਂ ਤੋਂ ਮੈਂ ਕਾਫੀ ਕੁਝ ਸਿੱਖਿਆ ਐਂਡ 5 ਸਾਲ ਦੀ ਏਜ ਦੇ ਵਿੱਚ ਮੈਨੂੰ ਕਾਫੀ ਇੰਟਰਸਟ ਸੀਗਾ ਉਹਦੇ ਵਿੱਚ। ਤੇ ਈਵਨ ਉਸ ਤੋਂ ਵੀ ਪਹਿਲਾਂ ਮੈਂ ਇੱਕ ਚੀਜ਼ ਸ਼ੇਅਰ ਕਰੂੰਗਾ ਵੀ ਜਦੋਂ ਮੈਂ ਸਿਰਫ 2 ਸਾਲ ਦਾ ਸੀ ਉਦੋਂ ਮੈਨੂੰ ਲੈਪਟਾਪ 'ਚ ਬੜਾ ਇੰਟਰਸਟ ਸੀਗਾ। ਮੇਰੇ ਪੇਰੈਂਟਸ 2008 ਤੋਂ ਕੰਮ ਕਰ ਰਹੇ ਤੇ ਮੈਨੂੰ ਕਾਫੀ ਜ਼ਿਆਦਾ ਸ਼ੌਂਕ ਸੀਗਾ ਲੈਪਟਾਪ ਦਾ। ਮੈਨੂੰ ਇੱਕ ਮੇਰੇ ਪੇਰੈਂਟਸ ਨੇ ਲੈਪਟਾਪ ਦਵਾਇਆ ਸੀ, ਔਰੇਂਜ ਕਲਰ ਦਾ ਸੀਗਾ ਤੇ ਉਹਦੇ ਵਿੱਚ ਮੈਂ ਥੋੜ੍ਹੀ ਬਹੁਤ ਗੇਮਸ ਖੇਲਦਾ ਸੀ। ਤੇ ਉਸ ਤੋਂ ਬਾਅਦ ਫਿਰ 5 ਸਾਲ ਦੀ ਉਮਰ ਦੇ ਵਿੱਚ ਫਾਈਨਲੀ ਮੈਂ ਸਿੱਖਣਾ ਸ਼ੁਰੂ ਕੀਤਾ, HTML ਤੋਂ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਫਿਰ 9 ਸਾਲ ਦੀ ਉਮਰ ਦੇ ਵਿੱਚ ਮੈਂ ਇੱਕ ਪ੍ਰੋਫੈਸ਼ਨਲ ਵੈਬਸਾਈਟ ਬਣਾਈ। ਉਸ ਤੋਂ ਪਹਿਲਾਂ ਮੈਂ ਛੋਟੀ ਲੋਕਲ ਵੈਬਸਾਈਟ ਬਣਾਉਂਦਾ ਸੀ ਜਿਹੜੀ ਮੇਰੀ ਲੈਪਟਾਪ 'ਤੇ ਹੀ ਸੀ, ਬਟ 9 ਸਾਲ ਦੀ ਉਮਰ ਦੇ ਵਿੱਚ ਮੈਂ ਉਹਨੂੰ ਆਨਲਾਈਨ ਅਪਲੋਡ ਕੀਤਾ ਐਂਡ ਉਹ ਵੈਬਸਾਈਟ ਸੀਗੀ ਇੱਕ ਸਕੂਲ ਦੇ ਲਈ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈਗਾ ਤੇ ਉਹਨਾਂ ਦੇ ਲਈ ਮੈਂ ਇੱਕ ਵੈਬਸਾਈਟ ਬਣਾਈ ਸੀ, ਕੰਪਲੀਟ ਸਕੂਲ ਮੈਨੇਜਮੈਂਟ ਸੌਫਟਵੇਅਰ। ਤੇ ਉਸ ਤੋਂ ਬਾਅਦ ਫਿਰ ਨਾਲ ਹੀ ਮੈਂ ਇੱਕ ਹੋਰ ਪੋਰਟਲ ਲਾਂਚ ਕੀਤਾ ਸੀ 21stjune.com ਤੇ, ਜੋ ਕਿ ਇੰਟਰਨੈਸ਼ਨਲ ਯੋਗਾ ਡੇ ਹੈ ਤੇ ਉਹਨੂੰ ਵੀ ਲਾਂਚ ਕੀਤਾ ਗਿਆ ਸੀਗਾ ਬਾਏ ਐਨ ਅਮੇਜ਼ਿੰਗ ਪਰਸਨੈਲਿਟੀ ਐਂਡ ਫਿਰ ਫਾਈਨਲੀ ਜਿਹੜੇ ਮੇਰੀ ਸਫ਼ਰ ਹੈ ਉਹਦਾ ਸ਼ੁਰੂਆਤ ਹੋਈ ਐਂਡ ਮੇਰਾ ਜਿਹੜਾ ਨਾਮ ਹੈ ਉਹ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਤੇ ਵਰਲਡ ਰਿਕਾਰਡਸ ਇੰਡੀਆ ਦੇ ਵਿੱਚ ਦਰਜ ਹੋਇਆ ਐਜ਼ ਦੀ ਯੰਗੈਸਟ ਵੈਬ ਡਿਵੈਲਪਰ। ਕੀ ਬਾਤ ਹੈ। ਤੇ ਤੁਹਾਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਪੁਰਸਕਾਰ ਮਿਲਿਆ ਔਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ, ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਕਿਹੋ ਜਿਹਾ ਸੀ ਉਹ ਐਕਸਪੀਰੀਅੰਸ? ਉਹ ਐਕਸਪੀਰੀਅੰਸ ਤਾਂ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈਗੇ ਦੱਸਣ ਦੇ ਲਈ, ਕਿਉਂਕਿ ਮਤਲਬ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨਾ, ਮਤਲਬ ਪ੍ਰੈਜ਼ੀਡੈਂਟ ਤੋਂ ਬਾਅਦ ਦੂਜੇ ਨੰਬਰ 'ਤੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਰਿਸਪੈਕਟਡ ਪਰਸਨੈਲਿਟੀ ਹੈ ਤੇ ਉਹਨਾਂ ਦੇ ਨਾਲ ਗੱਲ ਕਰਨਾ ਮੇਰੇ ਲਈ ਬਹੁਤ ਵੱਡੀ ਚੀਜ਼ ਸੀਗੀ। ਮੇਰਾ ਮੋਸਟ ਮੈਮੋਰੇਬਲ ਮੂਮੈਂਟ ਹੈ ਉਹ। ਤੇ ਉਹਨਾਂ ਤੋਂ ਜਿਹੜਾ ਮੈਨੂੰ ਪੁਰਸਕਾਰ ਮਿਲਿਆ, ਕੈਸ਼ ਪ੍ਰਾਈਜ਼ ਮਿਲਿਆ, ਉਹ ਮੇਰੇ ਲਈ ਬਹੁਤ ਵੱਡੀ ਚੀਜ਼ ਸੀ ਐਂਡ ਟੋਟਲ 29 ਬੱਚੇ ਸਿਲੈਕਟ ਹੋਏ ਸੀ 2022 ਦੇ ਵਿੱਚ ਐਂਡ ਮੈਂ ਪੰਜਾਬ ਤੋਂ ਇਕੱਲਾ ਸੀਗਾ ਤੇ 6 ਬੱਚੇ ਸਿਲੈਕਟ ਹੋਏ ਸੀ 29 ਚੋਂ, ਜਿਨ੍ਹਾਂ ਨੂੰ ਇੱਕ ਮੌਕਾ ਮਿਲਿਆ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨ ਦਾ। ਤੇ ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਮੈਨੂੰ ਵੀ ਇਹ ਮੌਕਾ ਮਿਲਿਆ 6 ਬੱਚਿਆਂ ਦੇ ਵਿੱਚੋਂ ਵੀ ਮੈਂ ਉਹਨਾਂ ਨਾਲ ਗੱਲ ਕਰ ਸਕਾਂ। ਤੇ ਮੇਰੇ ਨਾਲ ਉਹਨਾਂ ਦੀ ਕਰੀਬਨ 5 ਮਿੰਟ ਗੱਲ ਹੋਈ ਤੇ ਮੈਂ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਵੀ ਮੇਰੀ ਬਹੁਤ ਤਾਰੀਫ ਕੀਤੀ। ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਇੱਦਾਂ ਲੱਗਦਾ ਪਿਆ ਹੈ ਹਿੰਦੀ ਦੇ ਵਿੱਚ ਵੀ ਜਿਹੜਾ ਭਾਰਤ ਹੈਗਾ ਤੇ ਜੋ ਅਸੀਂ ਕੁਝ ਕੀਤਾ ਹੈ ਹੁਣ ਤੱਕ, ਜਿੰਨੀ ਯੋਜਨਾਵਾਂ ਚਲਾਈਆਂ ਉਹ ਸਾਨੂੰ ਸਫਲ ਹੁੰਦੀਆਂ ਦਿਖ ਰਹੀਆਂ ਤੇ ਉਹ ਮੇਰੇ ਲਈ ਬਹੁਤ ਵੱਡੀ ਚੀਜ਼ ਸੀ ਵੀ ਪ੍ਰਧਾਨ ਮੰਤਰੀ ਜੀ ਮੇਰੀ ਇੰਨੀ ਐਪਰੀਸੀਏਸ਼ਨ ਕਰ ਰਹੇ ਹੈ। ਮੈਂ ਤਾਂ ਕਦੇ ਆਪਣੀ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀਗਾ ਵੀ ਮੈਨੂੰ ਇਹ ਮੌਕਾ ਮਿਲੂਗਾ। ਤੇ ਉਹਨਾਂ ਨੇ ਜਦੋਂ ਮੈਨੂੰ ਨਮਸਤੇ ਕਿਹਾ, ਮੇਰੇ ਪੇਰੈਂਟਸ ਦੇ ਨਾਲ ਗੱਲ ਕੀਤੀ,
ਉਹ ਮੇਰੀ ਪੂਰੀ ਫੈਮਿਲੀ ਦੇ ਵਿੱਚ, ਮੇਰੇ ਪੂਰੀ ਫੈਮਿਲੀ ਦੇ ਲਈ ਇੱਕ ਬਹੁਤ ਵੱਡਾ ਮੂਮੈਂਟ ਹੈ ਤੇ ਮੈਂ ਰੱਬ ਦਾ ਤੇ ਆਪਣੇ ਪੇਰੈਂਟਸ ਦਾ ਹਮੇਸ਼ਾ ਸ਼ੁਕਰਗੁਜ਼ਾਰ ਹਾਂ। ਔਰ ਸਾਡੇ ਲਈ ਵੀ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਜਲੰਧਰ ਦੇ ਜੰਪਲ ਹੋ ਔਰ ਜਲੰਧਰ ਦੇ ਬੱਚੇ ਨੇ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਔਰ ਅੱਜ ਤੁਸੀਂ ਇਸ ਪੋਜੀਸ਼ਨ ਤੇ ਹੋ। ਬਹੁਤ ਬਹੁਤ ਇਸ ਲਈ ਅਸੀਂ ਫਿਰ ਇੱਕ ਵਾਰੀ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ। ਧੰਨਵਾਦ ਜੀ। ਤੇ ਤੁਸੀਂ ਬਹੁਤ ਸਾਰੀਆਂ ਵੈਬਸਾਈਟਸ ਬਣਾਈਆਂ ਆ ਤੇ ਇਹਦੇ ਪਿੱਛੇ ਜਾਇਜ਼ ਆ ਕਿ ਤੁਸੀਂ ਇਕੱਲੇ ਤਾਂ ਨਹੀਂ ਹੋਵੋਗੇ, ਤੁਹਾਡੀ ਪੂਰੀ ਟੀਮ ਹੋਏਗੀ, ਕਿਤੇ ਕਿਤੇ ਤੁਹਾਨੂੰ ਸਪੋਰਟ ਹੈ, ਕੌਣ ਕੌਣ ਹੈ ਤੁਹਾਡੇ ਸਪੋਰਟਰਸ? ਸਭ ਤੋਂ ਪਹਿਲਾਂ ਤਾਂ ਮੇਰੇ ਪੇਰੈਂਟਸ ਜੀ, ਕਿਉਂਕਿ ਉਹਨਾਂ ਨੇ ਮੈਨੂੰ ਸਿਖਾਇਆ, ਉਹ ਫੀਲਡ ਦੇ ਵਿੱਚ ਨੇਗੇ ਤੇ ਅਸੀਂ ਬੇਸਿਕਲੀ ਤਿੰਨੋਂ ਅਸੀਂ ਆਈਟੀ ਤੋਂ ਆ ਤੇ ਅਸੀਂ ਆਪਣੇ ਆਪ ਨੂੰ ਆਈਟੀ ਫੈਮਿਲੀ ਕਹਿੰਦੇ ਆ। ਅੱਛਾ ਜੀ। ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਸਿਖਾਇਆ ਐਂਡ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਸਪੋਰਟ ਹੈ ਤੇ ਉਸ ਤੋਂ ਬਾਅਦ ਜਿਹੜੇ ਮੇਰੇ EMPLOYEES ਨੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਸਪੋਰਟ ਹੈ, ਕਿਉਂਕਿ ਕਈ ਪ੍ਰੋਜੈਕਟਸ ਕਦੇ ਮੈਂ ਬਿਜ਼ੀ ਹੁੰਨਾ ਤਾਂ ਮੈਂ ਉਹਨਾਂ ਨੂੰ ਹੈਂਡ ਓਵਰ ਕਰ ਦਿੰਦਾ ਤੇ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰਦੇ ਨੇ। ਤੇ ਆਫ ਕੋਰਸ ਰੱਬ ਦੀ ਸਪੋਰਟ ਉਹ ਤਾਂ ਬਿਲਕੁਲ ਹੁੰਦੀ ਹੈ ਕਿਉਂਕਿ ਉਹ ਸਾਡੇ ਹਮੇਸ਼ਾ ਪਿੱਛੇ ਨੇ, ਸਾਡੇ ਹਮੇਸ਼ਾ ਨਾਲ ਨੇ ਤੇ ਸਾਡੇ ਕੋਈ ਵੀ ਸਾਨੂੰ ਦਿੱਕਤ ਆਉਂਦੀ ਹੈ ਤੇ ਉਹ ਸਭ ਤੋਂ ਪਹਿਲਾਂ ਖੜੇ ਹੁੰਦੇ ਨੇ। ਤੇ ਇੱਕ ਨਾ ਮੈਂ ਤੁਹਾਡੀਆਂ ਦੇਖਦੀ ਹੁੰਨੀ YouTube ਤੇ ਕਾਫੀ ਵੀਡੀਓਜ਼ ਦੇਖਿਆ, ਇੱਕ ਬਲੌਕਚੇਨ ਦੀ ਤੁਸੀਂ ਕਾਫੀ ਗੱਲ ਕੀਤੀ ਹੈ ਨਾ, ਕੀ ਇਹ ਬਲੌਕਚੇਨ, ਕਿਉਂਕਿ ਸਾਡੇ ਦਰਸ਼ਕ ਵੀ ਘਰ ਬੈਠੇ ਦੇਖ ਰਹੇ ਨੇ ਔਰ ਉਹ ਵੀ ਜਾਣਨਾ ਚਾਹਣਗੇ ਇਹ ਬਲੌਕਚੇਨ ਕੀ ਹੈਗੀ ਹੈ, ਕੋਈ ਐਪ ਹੈ ਜਾਂ ਕੀ ਟੈਕਨੋਲੋਜੀ ਹੈ? ਬਲੌਕਚੇਨ ਇੱਕ ਅਪਕਮਿੰਗ ਯੁੱਗ ਹੈ, ਸਿਰਫ ਇੱਕ ਟੈਕਨੋਲੋਜੀ ਨਹੀਂ ਹੈ। ਜਿੱਦਾਂ ਇੰਟਰਨੈਟ ਨੇ ਸਾਰਾ ਕੁਝ ਬਦਲ ਦਿੱਤਾ ਸੀਗਾ ਉਸੇ ਤਰੀਕੇ ਨਾਲ ਬਲੌਕਚੇਨ ਸਾਰਾ ਕੁਝ ਬਦਲਣ ਜਾ ਰਿਹਾ ਹੈ। ਇਹਨੂੰ ਆਪਾਂ Web3 ਨਾਮ ਦਿੰਦੇ ਆ, ਜੋ ਕਿ ਇੱਕ ਨਵਾਂ ਯੁੱਗ ਆ ਰਿਹਾ। ਹੁਣ ਤੱਕ ਆਪਾਂ Web 2 ਦੇ ਵਿੱਚ ਜੀ ਰਹੇ ਹਾਂ, Web 2.0 ਤੇ ਹੁਣ Web 3.0 ਆ ਰਿਹਾ ਹੈ, ਜੋ ਕਿ ਇੱਕ ਬਹੁਤ ਅਗਲੀ ਚੀਜ਼ ਹੈਗੀ ਹੈ। ਮਤਲਬ ਕਾਫੀ ਟਾਈਮ ਲੱਗੂਗਾ ਅਲੱਗ-ਅਲੱਗ ਕੰਟਰੀਜ਼ ਨੂੰ ਇਹਨੂੰ ਲੈਣ ਦੇ ਲਈ, ਅਡਾਪਟ ਕਰਨ ਦੇ ਲਈ। ਤੇ ਜੋ ਕੰਟਰੀ ਨਹੀਂ ਲਊਗੀ, ਜਿੱਦਾਂ ਇੰਟਰਨੈਟ ਕਈ ਕੰਟਰੀਆਂ ਨੇ ਨਹੀਂ ਲਿੱਤਾ, ਉਹਨਾਂ ਲਈ ਅੱਜ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈ। ਤੇ ਹੁਣ ਜਿਹੜੀ ਬਲੌਕਚੇਨ ਟੈਕਨੋਲੋਜੀ ਦੀ ਗੱਲ ਕਰਾਂ ਤਾਂ ਜਿੱਦਾਂ ਆਪਾਂ ਆਮ ਤਰੀਕੇ ਨਾਲ ਆਪਾਂ ਇੱਕ ਡੇਟਾ ਸਟੋਰ ਕਰਦੇ ਹਾਂ, ਅਸੀਂ ਕਾਪੀ ਪੈਨ ਦੇ ਵਿੱਚ ਆਪਾਂ ਕੁਝ ਲਿਖ ਲੈਂਦੇ ਹਾਂ, ਡਾਇਰੀ ਦੇ ਵਿੱਚ ਲਿਖ ਲਿਆ ਜਾਂ ਆਪਾਂ ਐਕਸਲ ਦੇ ਵਿੱਚ ਸਟੋਰ ਕਰ ਲਿਆ, ਤੇ ਉਸੇ ਤਰੀਕੇ ਨਾਲ ਆਪਾਂ ਬਲੌਕਚੇਨ ਦੇ ਵਿੱਚ ਵੀ ਡੇਟਾ ਸਟੋਰ ਕਰ ਸਕਦੇ ਹਾਂ। ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ, ਇੱਕ ਟ੍ਰਾਂਜੈਕਸ਼ਨ ਵੀ ਹੋ ਸਕਦੀ ਹੈ ਵੀ ਮੈਂ ਤੁਹਾਨੂੰ ਅੱਜ ਜਿੱਦਾਂ 100 ਰੁਪਏ ਟ੍ਰਾਂਸਫਰ ਕੀਤੇ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਬਲੌਕ ਹੈ ਜੋ ਇੱਕ ਚੇਨ ਦੇ ਵਿੱਚ ਸਟੋਰ ਹੋ ਰਿਹਾ ਹੈ। ਬਟ ਬਲੌਕਚੇਨ ਦਾ ਫਾਇਦਾ ਇਹ ਹੈ ਵੀ ਅਸੀਂ ਗਈ ਐਕਸਲ 'ਚ ਵੀ ਸਟੋਰ ਕਰ ਲਾਂਗੇ। ਆਪਾਂ ਮੈਂ ਲਿਖਦਾ ਵੀ A to B ਨੇ 100 ਰੁਪਏ ਟ੍ਰਾਂਸਫਰ ਕੀਤੇ ਤਾਂ ਉਹ ਤਾਂ ਮੈਂ ਐਕਸਲ 'ਚ ਵੀ ਕਰ ਲੂੰਗਾ। ਬਟ ਉਹਦਾ ਨੁਕਸਾਨ ਕੀ ਹੈ, ਕੋਈ ਬੰਦਾ ਉਹਨੂੰ ਹੈਕ ਕਰ ਸਕਦਾ ਹੈ, ਕੋਈ ਬੰਦਾ ਉਹ ਤੁਹਾਡਾ ਜਿੰਨਾ ਵੀ ਪਰਸਨਲ ਡੇਟਾ ਹੈ ਉਹ ਚੁਰਾ ਸਕਦਾ, ਉਸਨੂੰ ਯੂਜ਼ ਕਰ ਸਕਦਾ ਹੈ ਫॉर ਰੋਂਗ ਪਰਪਸਿਸ। ਤਾਂ ਕਰਕੇ ਜਿਹੜੀ ਬਲੌਕਚੇਨ ਹੈ ਉਹ ਇੱਕ ਟ੍ਰਾਂਸਪੇਰੈਂਟ ਟੈਕਨੋਲੋਜੀ ਹੈ, ਬਟ ਉਹਨੂੰ ਕੋਈ ਹੈਕ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਬਲੌਕਸ ਹੈ ਉਹ ਹਰ ਕੋਈ ਦੇਖ ਸਕਦਾ ਹੈ। ਮੈਂ ਹੁਣ ਚਾਹਾਂ ਵੀ ਮੈਂ ਕਿਸੇ ਬੰਦੇ ਦੀ ਟ੍ਰਾਂਜੈਕਸ਼ਨ ਦੇਖ ਲਾਂ, ਮੈਂ ਦੇਖ ਸਕਦਾ, ਬਟ ਮੈਨੂੰ ਉਸ ਬੰਦੇ ਦਾ ਨਾ ਤਾਂ ਨਾਮ ਪਤਾ ਚੱਲੂਗਾ, ਨਾ ਇਹ ਪਤਾ ਚੱਲੂਗਾ ਵੀ ਕਿਸ ਤਰੀਕੇ ਨਾਲ ਉਹਨੇ ਕੀਤੇ ਹੈ, ਤੇ ਨਾ ਮੈਂ ਉਸ ਚੀਜ਼ ਨੂੰ ਮੋਡੀਫਾਈ ਕਰ ਸਕਦਾ। ਮੋਸਟਲੀ ਇਟ ਵਿਲ ਬੀ ਟਰਸਟਫੁਲ। ਜੀ ਮਿਤਾਂਸ਼, ਮੈਂ ਸੁਣਿਆ ਕਿ ਤੁਸੀਂ ਬਹੁਤ ਸਾਰੀਆਂ ਲੈਂਗੁਏਜਸ ਬੋਲਦੇ ਹੋ ਔਰ ਨਾਲ ਤੁਸੀਂ ਪੜ੍ਹਾਉਂਦੇ ਵੀ ਹੋ। ਜੀ, ਕੀ ਇਹ ਸੱਚ ਹੈ? ਹਾਂਜੀ, ਮੈਂ ਬੇਸਿਕਲੀ ਜਿਹੜੀ ਪ੍ਰੋਗਰਾਮਿੰਗ ਲੈਂਗੁਏਜਸ ਹੈ ਉਹ ਵੀ ਮੈਂ ਕਾਫੀ ਸਾਰੀ ਸਿੱਖ ਰੱਖੀ ਹੈ। ਜਿੱਦਾਂ ਬੇਸਿਕ ਤਾਂ ਓਬਵੀਅਸਲੀ ਜਿਹੜੀ ਇੱਕ ਵੈਬ ਡਿਵੈਲਪਰ ਨੂੰ ਆਉਣੀ ਚਾਹੀਦੀ ਹੈ, HTML, CSS, ਬੂਟਸਟ੍ਰੈਪ, ਜਾਵਾਸਕ੍ਰਿਪਟ, jQuery। ਜੀ, ਤੇ ਉਸੇ ਤਰੀਕੇ ਕੁਝ ਗੱਲਾਂ ਉੱਪਰੋਂ ਲੰਘ ਰਹੀਆਂ। ਇੰਨੀ ਜਾਣਕਾਰੀ ਭਰਪੂਰ ਇਹ ਬੱਚਾ ਜਿਹੜਾ ਆ 13 ਸਾਲ ਦੀ ਉਮਰ ਹੈ ਨਾ, ਸੱਚ ਹੈ ਨਾ ਇਹ? 13 ਸਾਲ ਦੀ ਉਮਰ ਹੈ ਔਰ ਇੰਨੀ ਜਾਣਕਾਰੀ ਰੱਖਦਾ ਹੈ ਬੱਚਾ। ਬਹੁਤ ਅੱਛੇ, ਥੈਂਕ ਯੂ। ਦੇਖੋ ਤੁਸੀਂ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੋ, ਮੋਟੀਵੇਟ ਕਰਦੇ ਹੋ, ਕੰਪਨੀ ਚਲਾ ਰਹੇ ਹੋ ਔਰ ਇੰਨੇ ਅਵਾਰਡਸ ਮਿਲੇ ਆ। ਅਵਾਰਡਸ ਬਾਰੇ ਜਾਣਨਾ ਚਾਹੁੰਦੀ ਹਾਂ, ਹੋਰ ਕਿਹੜੇ ਅਵਾਰਡਸ ਜਿਹੜੇ ਆ ਤੁਹਾਨੂੰ ਕਿਹੜੇ ਅਵਾਰਡਾਂ ਨਾਲ ਨਿਵਾਜ਼ਿਆ ਗਿਆ, ਤੁਹਾਨੂੰ ਸਨਮਾਨਿਤ ਕੀਤਾ ਗਿਆ? ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਆਪਣੇ ਰਿਕਾਰਡਸ ਦੱਸ ਦਿੰਦਾ, ਜਿੱਦਾਂ ਕਿ ਇੰਡੀਆ ਬੁੱਕ ਆਫ ਰਿਕਾਰਡਸ ਤੇ ਵਰਲਡ ਰਿਕਾਰਡਸ ਇੰਡੀਆ ਤਾਂ 9 ਸਾਲ ਦੀ ਉਮਰ ਦੇ ਵਿੱਚ ਮਿਲ ਗਏ ਸੀ। ਉਸ ਤੋਂ ਬਾਅਦ ਫਿਰ ਜਦੋਂ ਮੈਂ 10 ਸਾਲ ਦਾ ਹੋਇਆ ਤੇ ਅਨਫੋਰਚੂਨੇਟਲੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਬੁਰੀ ਚੀਜ਼ ਆਈ ਜਿਹਨੂੰ ਆਪਾਂ ਕਰੋਨਾ ਕਹਿੰਦੇ ਆ, ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਅਫੈਕਟ ਕੀਤਾ, ਬਹੁਤ ਲੋਕਾਂ ਨੂੰ ਡੀਮੋਟੀਵੇਟ ਕੀਤਾ, ਬਹੁਤ ਲੋਕਾਂ ਨੇ ਸਫਰ ਕੀਤਾ। ਤੇ ਬਟ ਇਹ ਇੱਕ ਚੈਲੰਜ ਸੀਗਾ। ਹੁਣ ਕਈ ਲੋਕਾਂ ਨੇ ਇਹਨੂੰ ਐਜ਼ ਐਨ ਓਪਰਚੁਨਿਟੀ ਲੈ ਕੇ ਚੱਲਿਆ ਤੇ ਕਈ ਲੋਕੀ ਇਹਦੇ ਨਾਲ ਡੀਮੋਟੀਵੇਟ ਹੋ ਗਏ। ਤੇ ਸ਼ੁਰੂ 'ਚ ਮੈਂ ਵੀ ਥੋੜ੍ਹਾ ਬਹੁਤ ਡੀਮੋਟੀਵੇਟ ਸੀਗਾ ਵੀ, ਮਤਲਬ ਮੈਂ 9 ਸਾਲ ਦਾ ਸੀ, ਮੈਂ ਜਨਵਰੀ ਦੇ ਵਿੱਚ ਆਪਣਾ ਰਿਕਾਰਡ ਲੈ ਕੇ ਆ ਰਿਹਾ ਸੀ ਦਿੱਲੀ ਤੋਂ ਵਾਪਸ, ਤੇ ਹੁਣ ਸਿਰਫ 2 ਮਹੀਨਿਆਂ ਦੇ ਵਿੱਚ ਕੋਵਿਡ ਆ ਗਿਆ ਤੇ ਮੈਂ ਸੋਚਿਆ ਵੀ ਮਤਲਬ ਇਹ ਬਸ ਖਤਮ ਹੈ ਮੇਰੀ ਜਰਨੀ। ਬਟ ਫਿਰ ਇੱਕ ਨਵਾਂ ਰਸਤਾ ਖੁੱਲਿਆ ਵੀ ਨਹੀਂ, ਮੈਂ ਇਹਦੇ ਵਿੱਚ ਵੀ ਕੁਝ ਕਰ ਸਕਦਾ ਹਾਂ। ਤਾਂ ਕਰਕੇ ਮੈਂ ਕੁਝ ਪ੍ਰੋਜੈਕਟਸ ਬਣਾਏ, ਜਿੱਦਾਂ coronafreeworld.com, ਤੇ ਉਹਦੇ ਵਿੱਚ ਮੈਂ ਇੱਕ ਟੈਲੀਮੈਡੀਸਨ ਨੰਬਰ ਜਾਰੀ ਕੀਤਾ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਮੇਰਾ ਨਾਮ ਵਰਲਡ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਆਇਆ ਸੀਗਾ। ਐਂਡ ਉਸ ਤੋਂ ਬਾਅਦ ਫਿਰ ਜਿਹੜਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਤੋਂ ਬਾਅਦ, ਉਹ ਸੀਗਾ ਭਾਰਤ ਗੌਰਵ ਸਨਮਾਨ,
ਜੋ ਮੈਨੂੰ ਮਿਲਿਆ ਆਨੰਦ ਸਰ ਵੱਲੋਂ। ਲਿਸਟ ਹਲੇ ਵੀ ਬਹੁਤ ਲੰਬੀ ਹੈ ਬਟ ਫਿਰ ਵੀ ਮੈਂ ਸ਼ਾਰਟਕਟ ਦੇ ਵਿੱਚ ਜਿਹੜੇ ਮੇਰੇ ਦਿਲ ਦੇ ਕਰੀਬ ਸੀ ਉਹ ਮੈਂ ਤੁਹਾਨੂੰ ਦੱਸ ਮੈਨੂੰ ਲੱਗਦਾ ਤੁਹਾਡੀ ਉਮਰ ਨਾਲੋਂ ਜ਼ਿਆਦਾ ਲੰਬੀ ਅਵਾਰਡਸ ਦੀ ਲਿਸਟ ਹੈ ਨਾ। ਤੇ ਆਪਾਂ ਕੋਡਿੰਗ ਦੀ ਗੱਲ ਕਰਦੇ ਹਾਂ ਜੀ। ਕੋਡਿੰਗ ਕਿੱਦਾਂ ਤੁਸੀਂ ਸਿਖਾਉਂਦੇ ਹੋ, ਕੀ ਹੈ ਇਹ ਕੋਡਿੰਗ? ਜਿਹੜੀ ਮੇਰੀ ਕੰਪਨੀ ਹੈ, ਇੱਕ ਤਾਂ ਮੈਂ ਉਹਦੇ ਅੰਦਰ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਡਿੰਗ ਸਿਖਾਉਣਾ। ਬੇਸਿਕਲੀ ਕੋਡਿੰਗ ਜਿੱਦਾਂ ਕੁਝ ਪੈਕੇਜ ਹੁੰਦੇ ਆ ਅੱਡ, ਕਈ ਲੋਕਾਂ ਨੇ PHP ਸਿੱਖਣੀ ਹੁੰਦੀ ਹੈ, ਕਈਆਂ ਨੇ ਜਾਵਾ, ਮਤਲਬ ਆਪਾਂ ਇਹਨੂੰ ਕੋਰਸ ਦਾ ਨਾਮ ਦੇ ਦਿੰਦੇ ਆ ਜੋ ਕਿ ਇੱਕ ਪ੍ਰੋਗਰਾਮਿੰਗ ਲੈਂਗੁਏਜ ਦਾ ਨਾਮ ਹੈ। ਤਾਂ ਜਿੱਦਾਂ ਜਾਵਾ ਕਿਸੇ ਨੇ ਸਿੱਖਣੀ ਹੈ ਤਾਂ ਉਹਨਾਂ ਨੂੰ ਆਪਾਂ ਸਾਰਾ ਸ਼ੁਰੂਆਤ ਤੋਂ ਸਿਖਾਉਂਦੇ ਆ। ਜਿੱਦਾਂ ਪਹਿਲਾਂ HTML CSS, ਪਹਿਲਾਂ ਆਪਾਂ ਉਹਨਾਂ ਨੂੰ ਇਹ ਸਿਖਾਉਂਦੇ ਆ ਵੀ ਤੁਸੀਂ ਕਿਸ ਤਰੀਕੇ ਨਾਲ ਇੱਕ ਵੈਬਸਾਈਟ ਬਣਾਉਣੀ ਹੈ, ਇੱਕ ਆਮ ਵੈਬਸਾਈਟ ਬਣਾਉਣੀ ਹੈ। ਤੇ ਆਪਾਂ ਉਹਨਾਂ ਨੂੰ ਟੌਪਿਕ ਦਿੰਦੇ ਆ ਵੀ ਜਿੱਦਾਂ ਤੁਸੀਂ ਆਪਣੀ ਹੀ ਵੈਬਸਾਈਟ ਬਣਾਓ, ਵੀ ਤੁਸੀਂ ਕੌਣ ਹੋ, ਤੁਹਾਡੀ ਫੈਮਿਲੀ ਬੈਕਗਰਾਉਂਡ ਦੱਸੋ। ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਡਾਇਨਾਮਿਕ ਕੰਮ ਸਿਖਾਉਂਦੇ ਆ। ਡਾਇਨਾਮਿਕ ਜਿੱਦਾਂ ਆਮ ਭਾਸ਼ਾ ਦੇ ਵਿੱਚ ਕਹਿ ਦਈਏ ਆਟੋਮੈਟਿਕ, ਉਹਨੂੰ ਆਪਾਂ ਡਾਇਨਾਮਿਕ ਕਹਿ ਸਕਦੇ ਹਾਂ ਪ੍ਰੋਗਰਾਮਿੰਗ ਲੈਂਗੁਏਜਸ ਦੀ ਭਾਸ਼ਾ ਦੇ ਵਿੱਚ। ਤੇ ਫਿਰ ਆਪਾਂ ਉਹਨਾਂ ਨੂੰ ਉਹ ਸਿਖਾਉਂਦੇ ਹਾਂ। ਕਿਸੇ ਨੇ ਜਾਵਾ ਸਿੱਖਣੀ ਹੈ, ਕਿਸੇ ਨੇ PHP ਪਾਈਥਨ, ਤਾਂ ਉਹ ਸਾਰਾ ਕੁਝ ਮੈਂ ਵੀ ਸਿਖਾਉਂਦਾ ਤੇ ਨਾਲ ਮੇਰੀ ਟੀਮ ਵੀ ਸਿਖਾਉਂਦੀ ਹੈ। ਕੀ ਬਾਤ ਹੈ। ਤੇ ਮਿਤਾਂਸ਼, ਇੱਕ ਗੱਲ ਮੈਂ ਪੁੱਛਣਾ ਚਾਹੁੰਦੀ ਆ, ਇੰਨੀ ਛੋਟੀ ਉਮਰ ਦੇ ਵਿੱਚ ਜਿਹੜੇ ਤੁਹਾਡੇ ਦੋਸਤ ਹੋਣੇ ਆ ਉਹ ਤੇ ਬਾਹਰ ਯਾਰਾਂ ਦੋਸਤਾਂ ਨਾਲ ਖੇਡਦੇ ਹੋਣੇ ਆ ਨਾ, ਸਾਈਕਲ ਚਲਾ ਲਿਆ, ਗੇਮਸ ਖੇਡ ਲਈਆਂ, ਤੇ ਤੁਹਾਡਾ ਨਹੀਂ ਦਿਲ ਕਰਦਾ ਕਿ ਮੈਂ ਬਾਹਰ ਜਾ ਕੇ ਬੱਚਿਆਂ ਨਾਲ ਖੇਡਾਂ ਕੁੱਦਾਂ? ਕਿ ਸਾਰਾ ਦਿਨ ਪੜ੍ਹਦੇ ਰਹਿੰਦੇ ਹੋ, ਸਾਰਾ ਦਿਨ ਕੰਪਿਊਟਰ ਤੇ ਬੈਠੇ ਰਹਿੰਦੇ ਹੋ? ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ ਵੀ ਬੇਸਿਕਲੀ ਮੈਂ ਵੀ ਸਾਰਾ ਦਿਨ ਖੇਡਦਾ ਰਹਿੰਦਾ। ਮੈਨੂੰ ਪ੍ਰੋਗਰਾਮਿੰਗ ਕਰਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਹੈ, ਮਤਲਬ ਸਟ੍ਰੈਸ ਰਿਲੀਫ ਹੈ ਮੇਰੇ ਲਈ। ਤਾਂ ਇਹ ਵੀ ਮੇਰੇ ਲਈ ਆਪਣੇ ਆਪ 'ਚ ਖੇਡ ਹੈ। ਤੇ ਉਸ ਤੋਂ ਇਲਾਵਾ ਮੇਰੀ ਕੁਝ ਹੈਬਿਟਸ ਵੀ ਨੇ, ਜਿੱਦਾਂ ਮੈਨੂੰ ਚੈਸ ਖੇਡਣੀ ਬਹੁਤ ਪਸੰਦ ਹੈ ਜਾਂ ਫਿਰ ਮੈਨੂੰ ਮਿਊਜ਼ਿਕ ਸੁਣਨਾ ਬਹੁਤ ਪਸੰਦ ਹੈ। ਕਿਉਂਕਿ ਹੁਣ ਤੁਸੀਂ ਵੀ ਐਂਕਰਿੰਗ ਕਰ ਰਹੇ ਹੋ, 4-5 ਘੰਟੇ ਕਰ ਲਈ, ਤੁਸੀਂ ਥੱਕ ਜਾਓਗੇ, ਤੁਹਾਨੂੰ ਕੁਝ ਹੋਰ ਚਾਹੀਦਾ ਹੈ, ਕਿ ਦਿਮਾਗ ਨੂੰ ਕੁਝ ਹੋਰ ਚੀਜ਼ ਚਾਹੀਦੀ ਹੈ, ਫੂਡ ਹੈ ਦਿਮਾਗ ਦਾ। ਤੇ ਉਸੇ ਤਰੀਕੇ ਨਾਲ ਫਿਰ ਮੈਨੂੰ ਵੀ ਮਿਊਜ਼ਿਕ ਸੁਣਨਾ ਪਸੰਦ ਹੈ, ਡਰਾਇੰਗ ਵਗੈਰਾ ਕਰ ਲਈ। ਤੇ ਇਹ ਕੁਝ ਮੇਰੀ ਅਲੱਗ-ਅਲੱਗ ਐਕਟੀਵਿਟੀਜ਼ ਨੇ ਜਿਹੜੀ ਮੈਂ ਪੂਰੇ ਦਿਨ 'ਚ ਕਰਦਾ ਰਹਿੰਦਾ। ਜੀ ਮਿਤਾਂਸ਼, ਜਦੋਂ ਆਪਾਂ ਕਿਸੇ ਪੋਜੀਸ਼ਨ ਤੇ ਪਹੁੰਚ ਜਾਂਦੇ ਆ, ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਨੂੰ ਰੋਲ ਮਾਡਲ ਲੈ ਕੇ ਚੱਲਦੇ ਆ ਨਾ, ਕਿ ਆਪਾਂ ਇਹਦੇ ਵਰਗਾ ਬਣਨਾ। ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੌਣ ਹੈ ਰੋਲ ਮਾਡਲ? ਮੇਰੀ ਜ਼ਿੰਦਗੀ ਵਿੱਚ ਮੇਰੇ ਪੇਰੈਂਟਸ ਜਿਹੜੇ ਨੇ ਉਹ ਰੋਲ ਮਾਡਲ ਨੇ, ਕਿਉਂਕਿ ਉਹਨਾਂ ਨੇ ਮੈਨੂੰ ਸਾਰਾ ਕੁਝ ਸਿਖਾਇਆ, ਮਤਲਬ ਮੇਰੀ ਐਜੂਕੇਸ਼ਨ ਵੀ, ਹੋਰ ਵੀ ਸਭ ਕੁਝ। ਤੇ ਉਹਨਾਂ ਨੇ ਕੋਡਿੰਗ ਮੈਨੂੰ ਸਿਖਾਈ ਐਂਡ ਐਵਰੀਥਿੰਗ ਐਲਸ। ਤਾਂ ਉਹ ਮੇਰੇ ਮੇਨ ਰੋਲ ਮਾਡਲ ਨੇ। ਜਗ੍ਹਾ ਜਗ੍ਹਾ ਤੇ ਤੁਹਾਨੂੰ ਜਾਣ ਦਾ ਮੌਕਾ ਮਿਲਦਾ, ਇੰਨੇ ਸਾਰੇ ਖਿਤਾਬਾਂ ਨਾਲ ਤੁਹਾਨੂੰ ਨਿਵਾਜ਼ਿਆ ਗਿਆ ਹੈ। ਆਪਣੀ ਜ਼ਿੰਦਗੀ ਦਾ ਹੁਣ ਤੱਕ ਦਾ 13 ਸਾਲ ਦੀ ਉਮਰ ਹੈ ਤੁਹਾਡੀ ਜੀ, ਮੈਮੋਰੇਬਲ ਮੂਮੈਂਟ, ਯਾਦਗਾਰ ਪਲ ਕਿਹੜਾ ਰਿਹਾ? ਕਈ ਨੇ ਯਾਦਗਾਰ ਪਲ ਤਾਂ, ਬਟ ਕੁਛ ਇੱਕ ਸ਼ੇਅਰ ਕਰਨਾ ਚਾਹੂੰਗਾ। ਜਿੱਦਾਂ ਸਭ ਤੋਂ ਜ਼ਿਆਦਾ ਯਾਦਗਾਰ ਤਾਂ ਆਫਕੋਰਸ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸੀਗਾ, ਜਦੋਂ ਪ੍ਰਾਈਮ ਮਿਨਿਸਟਰ ਸਰ ਨੇ ਸਾਨੂੰ ਗ੍ਰੀਟ ਕੀਤਾ, ਨਮਸਤੇ, ਉਹ ਬਹੁਤ ਵੱਡੀ ਚੀਜ਼ ਸੀ ਸਾਡੇ ਲਈ। ਤੇ ਉਸ ਤੋਂ ਇਲਾਵਾ ਹੁਣ ਜਿੱਦਾਂ ਰੀਸੈਂਟਲੀ ਮੈਂ IIT ਮਦਰਾਸ ਹੋ ਕੇ ਆਇਆ ਐਂਡ ਉੱਥੇ ਮੈਨੂੰ ਐਜ਼ ਅ ਸਪੀਚ ਦੇ ਲਈ ਮੈਨੂੰ ਉੱਥੇ ਬੁਲਾਇਆ ਗਿਆ ਸੀ ਐਂਡ ਮੈਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਉੱਥੇ। ਜਦੋਂ ਤੁਹਾਨੂੰ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਘੜੀ ਦਿੱਤੀ ਗਈ, ਸੌਂਪੀ ਗਈ ਐਜ਼ ਅ ਗਿਫਟ, ਹੈ ਨਾ, ਉਸ ਵੇਲੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ? ਬਹੁਤ ਵਧੀਆ ਲੱਗਾ। ਬੇਸਿਕਲੀ ਜਦੋਂ ਸਾਡੀ ਵਰਚੁਅਲੀ ਗੱਲਬਾਤ ਹੋਈ ਸੀ ਉਹ 2022 ਦੇ ਵਿੱਚ ਹੋਈ ਸੀ, 24 ਤਰੀਕ ਨੂੰ ਜਨਵਰੀ 'ਚ। ਤੇ ਉਸ ਤੋਂ ਬਾਅਦ ਫਿਰ ਹੁਣ ਰੀਸੈਂਟਲੀ 2023 ਦੇ ਵਿੱਚ ਇੱਕ ਕਿੱਟ ਸਾਨੂੰ ਪਹੁੰਚੀ ਹੈ, ਫਿਜ਼ੀਕਲ ਕਿੱਟ, ਐਂਡ ਮੈਂ ਬਹੁਤ ਜ਼ਿਆਦਾ ਸਰਪ੍ਰਾਈਜ਼ਡ ਸੀਗਾ ਵੀ ਮੈਨੂੰ ਇਹ ਮੈਡਲ ਵੀ ਮਿਲਿਆ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਇਹ ਮੈਡਲ ਹੈ ਬੇਸਿਕਲੀ ਸਿਲਵਰ, ਪਿਓਰ ਸਿਲਵਰ ਦਾ ਮੈਡਲ ਹੈ ਐਂਡ ਮੈਨੂੰ ਇੱਕ ਵੱਡਾ ਫਰੇਮ ਵੀ ਮਿਲਿਆ। ਤੇ ਉਹ ਮੇਰੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਸੀਗੀ ਜੀ, ਔਰ ਕੈਸ਼ ਪ੍ਰਾਈਜ਼ ਮਿਲਿਆ। ਔਰ ਇਹ ਵਾਚ ਵਿੱਚ ਖਾਸੀਅਤ ਕੀ ਹੈ ਸਾਨੂੰ ਦੱਸੋ? ਇਸ ਵਾਚ ਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਵੀ ਇੱਥੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਦੇ ਸਿਗਨੇਚਰ ਹੋਏ ਹੋਏ ਅੰਦਰ। ਇੱਥੇ ਤੁਸੀਂ ਇੱਥੇ ਦੇਖ ਸਕਦੇ ਥੱਲੇ, ਇੱਥੇ ਸਿਗਨੇਚਰ ਹੋ ਰੱਖੇ ਨੇ। ਤੇ ਉਹ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਸੀਗੀ ਆਪਣੇ ਆਪ ਦੇ ਵਿੱਚ, ਕਿਉਂਕਿ ਇੱਕ ਸਰਟੀਫਿਕੇਟ ਹੋਣਾ ਤੇ ਜਿਹੜਾ ਇੱਥੇ ਸਤਿਅਮੇਵ ਜਯਤੇ ਦਾ ਲੋਗੋ ਹੈ, ਇਹ ਜਿਹੜਾ ਫਰੇਮ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਹੋਣਾ ਕਿਸੇ ਵੀ ਪਰਸਨ ਦੇ ਕੋਲ ਬਾਈ ਦ ਗਵਰਨਮੈਂਟ ਜੀ। ਤੇ ਇਹ ਮੇਰੇ ਲਈ ਬਹੁਤ ਵੱਡੀ ਮੂਮੈਂਟ ਸੀਗਾ, ਅਚੀਵਮੈਂਟ ਸੀਗੀ ਐਂਡ ਇਹ ਆਫ ਕੋਰਸ ਇਹ ਵੀ ਮੈਮੋਰੇਬਲ ਮੂਮੈਂਟ ਦੇ ਵਿੱਚ ਆਉਣਾ ਚਾਹੀਦਾ ਹੈ। ਬਿਲਕੁਲ। ਔਰ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਬਹੁਤ ਸਾਰੀ ਸਟਰਗਲ ਦੀ ਜ਼ਰੂਰਤ ਪੈਂਦੀ ਹੈ ਔਰ ਬਹੁਤ ਸਾਰੇ ਚੈਲੰਜਸ ਵੀ ਆਉਂਦੇ ਆ। ਸਟਰਗਲ ਤਾਂ ਹਰ ਲਾਈਫ ਦਾ ਪਾਰਟ ਹੈ। ਅਸੀਂ ਕਹਿੰਦੇ ਹਾਂ ਫੇਲੀਅਰ ਹੋ ਗਿਆ, ਫੇਲੀਅਰ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਜ਼ਿੰਦਗੀ ਸਾਡੀ ਇੱਕ ਸਫ਼ਰ ਹੈ ਜਿਹਨੂੰ ਅਸੀਂ ਖੂਬਸੂਰਤ ਬਣਾ ਸਕਦੇ ਹਾਂ ਤੇ ਅਸੀਂ ਉਹਨੂੰ ਵਿਗਾੜ ਸਕਦੇ ਹਾਂ। ਤਾਂ ਮੇਰੀ ਵੀ ਜ਼ਿੰਦਗੀ ਜਿਹੜੀ ਸਫ਼ਰ ਹੈ ਉਹ ਵੀ ਕੁਝ ਇਸ ਤਰ੍ਹਾਂ ਦਾ ਹੀ ਸੀਗਾ। ਸ਼ੁਰੂਆਤ ਦੇ ਵਿੱਚ ਮੈਨੂੰ ਵੀ ਕਾਫੀ ਸਕਸੈਸ ਮਿਲੀ, ਕੋਵਿਡ ਦੇ ਵਿੱਚ ਵੀ ਮੈਨੂੰ ਰਿਕਾਰਡ ਮਿਲਿਆ।
ਉਸ ਤੋਂ ਬਾਅਦ ਮੈਨੂੰ ਕਾਫੀ ਕ੍ਰਿਟਿਸਿਜ਼ਮ ਵੀ ਫੇਸ ਕਰਨਾ ਪਿਆ। ਕਈ ਲੋਕੀ ਇਹ ਮੰਨਦੇ ਸੀਗੇ ਵੀ ਮੈਂ ਤਾਂ ਜੀ ਗਲਤ ਦੱਸ ਰਿਹਾ, ਵੀ ਮੈਨੂੰ ਇਹ ਚੀਜ਼ ਨਹੀਂ ਆਉਂਦੀ, ਮੈਂ ਇਹ ਮਤਲਬ ਮੇਰੀ ਏਜ ਦੇ ਮੁਤਾਬਿਕ, ਉਦੋਂ ਮੈਂ 10 ਸਾਲ ਦਾ ਸੀਗਾ ਤੇ ਲੋਕੀ ਡਾਊਟ ਕਰਦੇ ਸੀਗੇ ਵੀ ਇਹਨੂੰ ਤਾਂ ਕੀ ਆਂਦਾ ਹੋਊਗਾ, ਇਹ ਉਦਾਂ ਹੀ ਮਾਰਦਾ ਪਿਆ ਹੈ, ਪੰਜਾਬ ਦੇ ਵਿੱਚ ਖਾਸ ਤੌਰ ਤੇ ਉਦੋਂ ਫਿਰ ਮੇਰੇ ਲਈ ਵੀ ਇੱਕ ਸੀਗੀ ਡੀਮੋਟੀਵੇਸ਼ਨ ਸੀਗੀ। ਬਟ ਜੇ ਆਪਾਂ ਉਸ ਡੀਮੋਟੀਵੇਸ਼ਨ ਦੇ ਉੱਤੇ ਥੋੜਾ ਜਿਹਾ ਗੁੱਸਾ ਕਰ ਲਈਏ ਤੇ ਉਹਨੂੰ ਆਪਾਂ ਮੋਟੀਵੇਸ਼ਨ 'ਚ ਕਨਵਰਟ ਕਰ ਲਈਏ, ਤੇ ਜੇ ਤੁਸੀਂ ਡੀਮੋਟੀਵੇਸ਼ਨ ਨੂੰ ਓਪਰਚੁਨਿਟੀ ਸਮਝ ਕੇ ਤੁਸੀਂ ਹੋਰ ਅੱਗੇ ਵੱਧ ਸਕਦੇ ਹੋ ਤਾਂ ਤੁਸੀਂ ਵਧੋ, ਕਿਉਂਕਿ ਡੀਮੋਟੀਵੇਸ਼ਨ ਤਾਂ ਮਿਲਦੀ ਰਹੂਗੀ। ਲੈਗ ਪੁਲਿੰਗ ਵਾਲੇ ਲੋਕ ਤਾਂ ਬਹੁਤ ਹੁੰਦੇ ਨੇ, ਪਰ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਆਪਣਾ ਜਿਹੜਾ ਇਮੋਸ਼ਨਲ, ਤੁਹਾਨੂੰ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਲੋੜ ਹੁੰਦੀ ਹੈ। 8 ਸਾਲ ਹੋ ਗਏ ਮੈਨੂੰ ਆਲਰੇਡੀ, ਤੇ ਹੁਣ ਮੈਂ ਕਿਤੇ ਜਾ ਕੇ ਮੈਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਮਿਲਿਆ, ਸਕਸੈਸ ਮਿਲੀ, ਤੇ ਸਟਰਗਲ ਦੇ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ। ਬਿਲਕੁਲ ਬਿਲਕੁਲ ਕੁਝ ਨਹੀਂ ਹੈ। ਔਰ ਜਿਵੇਂ ਤੁਸੀਂ ਦੱਸਿਆ ਕਿ 9-10 ਸਾਲ ਤੋਂ ਤੁਸੀਂ ਕਮਾਉਣਾ ਸ਼ੁਰੂ ਕਰ ਦਿੱਤਾ, ਤੇ ਉਹੀ ਉਮਰ ਹੁੰਦੀ ਹੈ ਪੜ੍ਹਾਈ ਦੀ, ਤੇ ਪੜ੍ਹਾਈ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਸਕੂਲ ਜਾਂਦੇ ਹੋ, ਉਹਨਾਂ ਦੀ ਆਪਣੇ ਤੁਹਾਡੇ ਪ੍ਰਿੰਸੀਪਲ ਸਾਹਿਬ ਦੀ ਜਾਂ ਤੁਹਾਡੇ ਟੀਚਰਸ ਦੀ ਜਾਂ ਆਲੇ ਦੁਆਲੇ ਤੁਹਾਡੇ ਯਾਰ ਦੋਸਤ ਹੈ, ਉਹਨਾਂ ਦੀ ਕਿਸ ਤਰ੍ਹਾਂ ਤੁਹਾਨੂੰ ਸਪੋਰਟ ਰਹਿੰਦੀ ਹੈ? ਉਹਨਾਂ ਦੀ ਸਪੋਰਟ ਆਫ ਕੋਰਸ ਕਾਫੀ ਜ਼ਿਆਦਾ ਰਹਿੰਦੀ ਹੈ, ਕਿਉਂਕਿ ਹੁਣ ਮੈਂ ਜੇ ਸਕੂਲ ਦੀ ਗੱਲ ਕਰਾਂ ਤੇ ਸਕੂਲ ਦੇ ਵਿੱਚ ਜਿੱਦਾਂ ਡਾਇਰੈਕਟਰ ਸਰ ਨੇ, ਪ੍ਰਿੰਸੀਪਲ ਮੈਮ ਨੇ, ਉਹ ਮੈਨੂੰ ਸਪੋਰਟ ਕਰਦੇ ਆ। ਮੈਨੂੰ ਜਿੱਦਾਂ ਕਿਤੇ ਜਾਣਾ ਪੈਂਦਾ, ਜਿੱਦਾਂ IIT ਮਦਰਾਸ ਦੀ ਗੱਲ ਲੈ ਲੈਂਦੇ ਹਾਂ, ਮੈਨੂੰ ਜਾਣਾ ਹੈ ਤਾਂ ਉਹ ਮੈਨੂੰ ਛੁੱਟੀਆਂ ਪ੍ਰੋਵਾਈਡ ਕਰਦੇ ਨੇ, ਹੋਰ ਉਹਨਾਂ ਵੱਲੋਂ ਪੂਰੀ ਸਪੋਰਟ ਹੈ। ਪਲੱਸ ਜਿਹੜੇ ਟੀਚਰਸ ਨੇ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਹੀ ਸਪੋਰਟ ਹੈ, ਕਿਉਂਕਿ ਹੁਣ ਮੈਂ ICSE ਬੋਰਡ ਦੇ ਵਿੱਚ ਪੜ੍ਹ ਰਿਹਾ ਤੇ ਉੱਥੇ ਕਾਫੀ ਜ਼ਿਆਦਾ ਸਿਲੇਬਸ ਹੁੰਦਾ ਹੈ, ਸਾਨੂੰ ਆਪ ਨੂੰ ਪਤਾ ਹੈ ਵੀ ਕਾਫੀ ਵਾਸਟ ਕਰਿਕੂਲਮ ਹੁੰਦਾ ਹੈ, ਤੇ ਸਾਡੇ ਟੀਚਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਜਿਹੜੀ ਤਿਆਰੀ ਹੈ ਉਹ ਕਰਵਾ ਦਿੰਦੇ ਨੇ ਵੀ ਮਤਲਬ ਮੈਨੂੰ ਲੋੜ ਹੀ ਨਹੀਂ ਪੈਂਦੀ ਦੁਬਾਰਾ। ਇੱਕ ਥੋੜੀ ਜਿਹੀ ਰਿਵੀਜ਼ਨ, ਮੈਂ 2 ਘੰਟਿਆਂ ਦੀ ਰੀਡਿੰਗ ਲੈਣਾ ਮੈਂ ਫਾਈਨਲ ਐਗਜ਼ਾਮ ਤੋਂ ਪਹਿਲਾਂ ਹਰ ਸਬਜੈਕਟ ਦੀ, ਤੇ ਬਸ ਉਸ ਤੋਂ ਬਾਅਦ ਮੈਂ ਐਗਜ਼ਾਮ ਦੇ ਦਿੰਦਾ, ਐਂਡ ਆਫ ਕੋਰਸ ਮੇਰੇ ਅੱਛੇ ਮਾਰਕਸ ਆ ਜਾਂਦੇ ਨੇ, ਮੈਨੂੰ ਕੁਝ ਖਾਸ ਜ਼ਰੂਰਤ ਨਹੀਂ ਪੈਂਦੀ। ਤੇ ਸਾਡੇ ਟੀਚਰ ਬਹੁਤ ਜ਼ਿਆਦਾ ਕੋਆਪਰੇਟਿਵ ਨੇ, ਤੇ ਲਾਸਟ ਬਟ ਨਾਟ ਦ ਲੀਸਟ ਮੇਰੇ ਦੋਸਤ, ਉਹ ਵੀ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ। ਮੇਰੇ ਜਿਹੜੇ ਕਲਾਸਮੇਟਸ ਨੇ ਉਹ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਵੀ ਹਾਂ ਤੂੰ ਸਹੀ ਕਰ ਰਹੇ ਹੈ, ਇਟ ਇਜ਼ ਵੈਰੀ ਗੁੱਡ। ਐਂਡ ਕਈ ਲੋਕੀ ਮੈਥੋਂ ਵੀ ਜਿਹੜੀ ਟ੍ਰੇਨਿੰਗ ਹੈ ਉਹ ਵੀ ਲੈ ਰਹੇ ਨੇ, ਔਰ ਪ੍ਰਾਊਡ ਫੀਲ ਕਰਦੇ ਹੋਣਗੇ ਕਿ ਮਿਦਾਂਸ਼ ਜਿਹੜਾ ਹੈ ਸਾਡਾ ਦੋਸਤ ਹੈ। ਹਾਂਜੀ ਬਿਲਕੁਲ ਜੀ। ਔਰ ਬਾਕੀ ਬੱਚਿਆਂ ਨਾਲੋਂ ਜੇ ਗੱਲ ਕਰੀਏ, ਤੁਹਾਡੇ ਯਾਰ ਦੋਸਤ ਆ ਜਾਂ ਤੁਹਾਡੇ ਆਂਢ ਗੁਆਂਢ ਆ ਜਾਂ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਜਿਹੜੇ ਬੱਚੇ ਆ, ਉਹਨਾਂ ਨਾਲ ਤੁਸੀਂ ਵੱਖਰੇ ਕਿਵੇਂ ਹੋ? ਕੀ ਹੈ ਤੁਹਾਡੀ ਸਟਰੈਂਥ? ਕੀ ਹੈ ਉਹ ਚੀਜ਼ ਜਿਹੜੀ ਹਰ ਬੱਚੇ 'ਚ ਹੋਣੀ ਚਾਹੀਦੀ ਹੈ? ਸਟਰੈਂਥ ਇੱਦਾਂ ਹੈ ਵੀ ਜਿੱਦਾਂ ਨੌਲੇਜ ਲਈ ਹੰਗਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਹੁਣ ਅਸੀਂ ਕੁਝ ਵੀ ਸਿੱਖਣਾ ਚਾਹੁੰਦੇ ਹਾਂ, ਸਾਡੇ ਮਨ ਦੇ ਵਿੱਚ ਇੱਕ ਜ਼ੀਲ ਹੋਣੀ ਚਾਹੀਦੀ ਹੈ, ਸਾਡੇ ਵਿੱਚ ਜ਼ੀਲ ਹੋਣੀ ਚਾਹੀਦੀ ਹੈ ਵੀ ਹਾਂ ਮੈਂ ਇਹ ਚੀਜ਼ ਸਿੱਖਣੀ ਹੈ, ਮੈਂ ਕੁਛ ਮਿਸ਼ਨ ਹੈ ਉਹਨੂੰ ਮੈਂ ਅਕੰਪਲਿਸ਼ ਕਰਨਾ ਹੈ। ਤੇ ਤਾਂ ਕਰਕੇ ਜਿਹੜੀ ਇੱਕ ਕੈਚ ਕਰਨ ਦੀ ਪਾਵਰ ਹੁੰਦੀ ਹੈ, ਜਿੱਦਾਂ ਮੇਰੇ ਪੇਰੈਂਟਸ ਨੇ ਵੀ ਮੇਰੇ ਵਿੱਚ ਇੱਕ ਪਾਵਰ ਦੇਖੀ ਵੀ ਕੈਚ ਕਰਨਾ, ਵੀ ਜਿੱਦਾਂ ਨੌਲੇਜ ਹੈ। ਹੁਣ ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਮੈਂ 5 ਸਾਲ ਦਾ ਸੀ ਉਸ ਟਾਈਮ, ਤੇ ਮੇਰੇ ਪੇਰੈਂਟਸ ਕਲਾਸ ਲੈ ਰਹੇ ਨੇ, ਲੈਕਚਰ ਲੈ ਰਹੇ ਨੇ, ਤੇ ਮੈਂ ਵਿੱਚ ਜਾ ਕੇ ਬਹਿ ਜਾਂਦਾ ਸੀ। ਮੈਨੂੰ ਸਮਝ ਤਾਂ ਘੱਟ ਹੀ ਆਉਂਦੀ ਸੀ, ਮੈਂ ਕੁਛ ਲਿਖ ਲੈਂਦਾ ਸੀ, ਪਰ ਹਾਂ ਮੈਨੂੰ ਥੋੜਾ ਬਹੁਤ ਸੀਗਾ। ਤੇ ਮੇਰੇ ਫਾਦਰ ਨੇ ਦੇਖਿਆ ਵੀ ਮੈਂ ਮਤਲਬ ਬੜੀ ਛੇਤੀ ਕੈਚ ਕਰ ਲੈਣਾ ਕਿਸੇ ਵੀ ਚੀਜ਼ ਨੂੰ, ਤੇ ਸਾਰਿਆਂ ਦੇ ਵਿੱਚ ਇੱਕ ਕੈਪੇਬਿਲਿਟੀ ਹੋਣੀ ਜਿਹੜੀ ਹੁੰਦੀ ਹੈ, ਬਟ ਉਹਨਾਂ ਨੂੰ ਸਿਰਫ ਉਹਨੂੰ ਨਿਖਾਰਨ ਦੀ ਲੋੜ ਹੁੰਦੀ ਹੈ, ਕਿਉਂਕਿ ਬਹੁਤ ਲੋਕੀ ਆਪਣੇ ਆਪ ਨੂੰ ਹੀ ਲੈਗ ਪੁਲਿੰਗ ਕਰਦੇ ਨੇ, ਮੈਂ ਕਿੱਥੇ ਕਰ ਲੂੰਗਾ ਇਹ ਚੀਜ਼, ਇਹ ਤਾਂ ਮੇਰੇ ਲਈ ਬਹੁਤ ਔਖੀ ਚੀਜ਼ ਹੈ। ਪਰ ਐਕਚੁਅਲ ਦੇ ਵਿੱਚ ਆਪਣੇ ਆਪ ਦੇ ਵਿੱਚ ਵਿਸ਼ਵਾਸ ਰੱਖਣਾ ਤੇ ਉਸ ਚੀਜ਼ ਨੂੰ ਕਰਨਾ ਮਨ ਲਗਾ ਕੇ, ਉਹਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ। ਜੀ। ਤੇ ਕੋਈ ਇਹੋ ਜਿਹਾ ਗੁਰੂ ਵੀ ਹੈ ਜਿਹੜਾ ਤੁਹਾਨੂੰ ਇੰਨਾ ਮੋਟੀਵੇਟ ਕਰਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ? ਜਿਹੜੇ ਮੇਰੇ ਗੁਰੂ ਨੇ ਉਹ ਆਫ ਕੋਰਸ ਮੇਰੇ ਪੇਰੈਂਟਸ ਨੇ ਜੀ, ਕਿਉਂਕਿ ਉਹ ਹੀ ਮੈਨੂੰ ਮੋਟੀਵੇਟ ਕਰਦੇ ਨੇ। ਜਿੱਦਾਂ ਹੁਣ ਕੋਵਿਡ ਦੇ ਵਿੱਚ ਮੈਨੂੰ ਕ੍ਰਿਟਿਸਿਜ਼ਮ ਫੇਸ ਕਰਨਾ ਪਿਆ, ਉਹੀ ਕਹਿੰਦੇ ਨੇ ਵੀ ਕੋਈ ਨਹੀਂ, ਤੂੰ ਕੁਛ ਵੀ ਕਰ ਲਏਗਾ, ਅਸੀਂ ਤੇਰੇ ਨਾਲ ਆ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਪੇਰੈਂਟਸ ਦੀ ਸਪੋਰਟ, ਫੈਮਿਲੀ ਸਪੋਰਟ ਇੱਕ ਇਮੋਸ਼ਨਲ ਸਪੋਰਟ ਹੁੰਦੀ ਹੈ, ਤੇ ਉਹ ਵੀ ਹਰ ਬੰਦੇ ਨੂੰ ਚਾਹੀਦੀ ਹੁੰਦੀ ਹੈ, ਤੇ ਮੈਨੂੰ ਉਹ ਫੁੱਲ ਸਪੋਰਟ ਮਿਲਦੀ ਹੈ ਮੇਰੇ ਪੇਰੈਂਟਸ ਵੱਲੋਂ। ਮੈਂ ਤਾਂ ਇਹ ਕਹੂੰਗਾ ਮੇਰੇ ਪੇਰੈਂਟਸ ਨੇ ਜਿਹੜੇ ਉਹ ਮੇਰੀ ਬੈਕਬੋਨ ਨੇ, ਤਾਂ ਉਹਨਾਂ ਨੇ ਹੀ ਮੈਨੂੰ ਇੱਥੇ ਤੱਕ ਪਹੁੰਚਾਇਆ। ਮਿਦਾਂਸ਼, ਕਿੱਥੇ ਕਿੱਥੇ ਹੁਣ ਤੱਕ ਤੁਸੀਂ ਜਾ ਚੁੱਕੇ ਹੋ ਆਪਣੇ ਪੇਰੈਂਟਸ ਦੇ ਨਾਲ, ਆਪਣੇ ਕੰਮ ਦੇ ਰਿਗਾਰਡਿੰਗ, ਜਾਂ ਫਿਰ ਜਦੋਂ ਤੁਹਾਨੂੰ ਜਿੱਦਾਂ ਤੁਸੀਂ ਦੱਸਿਆ ਕਿ ਅਵਾਰਡਸ ਮਿਲਦੇ ਆ ਹਰ ਜਗ੍ਹਾ ਤੋਂ, ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ? ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਿਟੀਜ਼ ਟਰੈਵਲ ਕਰ ਚੁੱਕੇ ਹਾਂ, ਗੁੜਗਾਉਂ, ਚੇਨਈ, ਮਤਲਬ ਆਪਾਂ ਕਹਿ ਸਕਦੇ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅਸੀਂ ਬਹੁਤ ਜਗ੍ਹਾ ਜਾ ਚੁੱਕੇ ਹਾਂ। ਤੇ ਉਸ ਤੋਂ ਇਲਾਵਾ ਮੈਨੂੰ ਫੋਰਨ ਜਾਣ ਦਾ ਵੀ ਮੌਕਾ ਮਿਲਿਆ ਸੀਗਾ। ਜਦੋਂ ਮੈਂ 9 ਸਾਲ ਦਾ ਸੀਗਾ, ਉਦੋਂ ਮੇਰਾ ਜਿਹੜਾ ਵੀਜ਼ਾ ਲੱਗਿਆ ਸੀ, ਫਸਟ ਵੀਜ਼ਾ, ਉਹ ਮੇਰਾ ਬਿਜ਼ਨਸ ਵੀਜ਼ਾ ਲੱਗਿਆ ਸੀ, ਕਿਉਂਕਿ ਮੈਂ ਆਪਣੇ ਫਾਦਰ ਦੀ ਕੰਪਨੀ 'ਚ ਕੰਮ ਕਰ ਰਿਹਾ ਸੀ ਐਜ਼ ਅ ਜੂਨੀਅਰ ਐਗਜ਼ੀਕਿਊਟਿਵ ਆਫਿਸਰ, ਤੇ ਮੈਨੂੰ ਬਿਜ਼ਨਸ ਵੀਜ਼ਾ ਮਿਲਿਆ, ਸ਼ੈਂਗਨ ਵੀਜ਼ਾ, ਤੇ ਮੈਂ ਫੋਰਨ ਗਿਆ ਯੂਰਪ ਦੇ ਵਿੱਚ, ਐਂਡ ਉੱਥੇ ਲਾਤਵੀਆ
ਮੈਨੂੰ ਜਿਹੜਾ ਅਵਾਰਡ ਹੈ ਉਹ ਮੈਨੂੰ ਲਾਤਵੀਆ ਦੇ ਵਿੱਚ ਮਿਲਿਆ ਐਜ਼ ਦੀ ਯੰਗੈਸਟ ਐਂਟਰਪ੍ਰੀਨਿਓਰ। Oh. ਤੇ ਉਹ ਵੀ ਮੇਰੇ ਲਈ ਇੱਕ ਮੈਮੋਰੇਬਲ ਮੂਮੈਂਟ ਹੈ ਕਿਉਂਕਿ ਫੋਰਨ ਜਾਣਾ, ਮੈਂ ਸਿਰਫ 9 ਸਾਲ ਦਾ ਸੀਗਾ ਉਦੋਂ, ਜੀ। ਤੇ ਬਿਜ਼ਨਸ ਵੀਜ਼ਾ ਆਪਣੇ ਪਾਸਪੋਰਟ ਦੇ ਉੱਤੇ ਹੋਣਾ ਉਹ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਸੀਗੀ ਮੇਰੇ ਲਈ। ਜੀ, ਔਰ ਸਾਨੂੰ ਸੁਣਨ 'ਚ ਵੀ ਅਜੀਬ ਲੱਗ ਰਿਹਾ ਹੈ ਇਹ ਚੀਜ਼, ਔਰ ਤੁਹਾਡੇ ਨਾਲ ਤਾਂ ਇਹ ਵਾਪਰੀ ਹੈ। ਮੇਰੇ ਲਈ, ਮੈਨੂੰ ਵੀ ਆਪਣਾ ਆਪ ਨੂੰ ਅਜੀਬ ਲੱਗ ਰਿਹਾ ਸੀ ਵੀ ਮੈਂ ਹਾਲੇ 9 ਸਾਲ ਦਾ ਹੀ ਹਾਂ ਤੇ ਮੈਨੂੰ ਬਿਜ਼ਨਸ ਵੀਜ਼ਾ ਮਿਲ ਗਿਆ। ਈਵਨ ਜਿਹੜੀ ਉੱਥੇ ਕਾਨਫਰੰਸ ਸੀਗੀ ਉਹ 18+ ਸੀਗੀ ਤੇ ਮੈਂ ਉਹ ਤੋਂ ਅੱਧੀ ਉਮਰ ਦਾ ਸੀਗਾ, 9 ਸਾਲ ਦਾ, ਤੇ ਮੈਂ ਉੱਥੇ ਯੰਗੈਸਟ ਸੀਗਾ ਉਸ ਟਾਈਮ ਤੇ। ਜੀ, ਤੇ ਦੇਖੋ ਜੋ ਲੋਕ ਆਪਣੀ ਜ਼ਿੰਦਗੀ 'ਚ ਬਹੁਤ ਸਾਰੀ ਮਿਹਨਤ ਕਰਦੇ ਆ, ਇੱਕ ਉਮਰ ਦੇ ਅਰਸੇ ਇੱਕ ਪੜਾਅ ਤੇ ਆ ਕੇ ਇਹ ਸਕਸੈਸ ਮਿਲਦੀ ਆ, ਇਹ ਸਫਲਤਾ ਮਿਲਦੀ ਆ, ਤੁਹਾਨੂੰ ਇੰਨੀ ਛੋਟੀ ਉਮਰ ਦੇ ਵਿੱਚ ਸਫਲਤਾ ਮਿਲੀ ਆ, ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ। ਹਰ ਕੋਈ ਦਰਸ਼ਕ ਇਹ ਚਾਹੁੰਦਾ ਹੈ। ਕੀ ਤੁਸੀਂ ਦੇਖਦੇ ਹੋ ਆਪਣੇ ਆਪ ਨੂੰ ਫਿਊਚਰ ਦੇ ਵਿੱਚ? ਮੈਂ ਆਪਣੇ ਆਪ ਨੂੰ ਬੇਸਿਕਲੀ ਫਿਊਚਰ ਪਲਾਨ ਜਿਹੜੇ ਮੇਰੇ ਨੇ ਉਹ ਮੈਂ ਇਹ ਚਾਹੁੰਦਾ ਵੀ ਜਿੱਦਾਂ ਹੁਣ ਮੈਂ ਕੁਝ ਟੈਕਨੋਲੋਜੀ ਸਿੱਖ ਰਿਹਾ, ਕਟਿੰਗ ਐਜ ਟੈਕਨੋਲੋਜੀਜ਼, ਜੋ ਕਿ ਅੱਗੇ ਜਾ ਕੇ ਬਹੁਤ ਮਤਲਬ ਜਿੱਦਾਂ ਬਲੌਕਚੇਨ ਹੋ ਗਈ, ਉਹਦਾ ਮੈਂ ਕੋਰਸ ਕੀਤਾ IIT ਤੋਂ ਰੀਸੈਂਟਲੀ ਕੰਪਲੀਟ ਕੀਤਾ ਮੈਂ ਸਟਾਰਟਿੰਗ ਆਫ 2023। ਐਂਡ ਮੈਂ ਚਾਹੁੰਦਾ ਜਿੱਦਾਂ ਹੁਣ ਮੈਂ ਜਾਵਾ ਵੀ ਸਿੱਖ ਰਿਹਾ ਤੇ ਮੈਂ ਇਹਨਾਂ ਦੀ ਕੁਝ ਟੈਕਨੋਲੋਜੀਜ਼ ਨੇ ਤੇ ਇਹਨਾਂ ਨੂੰ ਮੈਂ ਕੰਬੀਨੇਸ਼ਨ ਬਣਾ ਕੇ ਮੈਂ ਕੁਝ ਸੁਸਾਇਟੀ ਵਾਸਤੇ ਕਰਾਂ ਅਲੱਗ-ਅਲੱਗ ਫੀਲਡ ਦੇ ਵਿੱਚ। ਜਿੱਦਾਂ ਮੈਂ ਫੀਲਡ ਤੁਹਾਨੂੰ ਦੱਸ ਦਿੰਦਾ, ਮੈਂ ਜਿੱਦਾਂ ਮੈਡੀਕਲ ਫੀਲਡ ਦੇ ਵਿੱਚ ਹੋ ਗਿਆ ਜਾਂ ਫਿਰ ਸੋਸ਼ਲ ਫੀਲਡ ਦੇ ਵਿੱਚ ਹੋ ਗਿਆ, ਤੇ ਮੈਂ ਇਦਾਂ ਕੁਝ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਿਹਾ ਐਂਡ ਹੋਪਫੁਲੀ ਮੈਂ 2-3 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਲਾਂਚ ਕਰੂੰਗਾ ਐਂਡ ਇਟ ਵਿਲ ਬੀ ਸਰਪ੍ਰਾਈਜ਼ ਫॉर एवरीवन। ਚਾਹੁੰਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੀ ਉਮਰ ਦੇ ਬੱਚਿਆਂ ਨੂੰ? ਬਿਲਕੁਲ, ਮੈਂ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਜੋ ਕਿ ਇਸ ਏਜ ਗਰੁੱਪ ਦੇ ਵਿੱਚ ਨੇਗੇ। ਮੈਂ ਉਹਨਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਵੀ ਤੁਸੀਂ ਜਿਹੜੀ ਆਪਣੀ ਏਜ ਹੈ ਉਹ ਕੋਈ ਮਾਇਨੇ ਨਹੀਂ ਰੱਖਦੀ ਮੇਰੇ ਹਿਸਾਬ ਨਾਲ, ਕਿਉਂਕਿ ਏਜ ਸਿਰਫ ਇੱਕ ਨੰਬਰ ਹੈ, ਹਰ ਸਾਲ ਵੱਧਦਾ ਰਹੂਗਾ। ਬਰਥਡੇ ਆਣਾ ਤੁਹਾਡਾ ਜਿਹੜਾ ਉਹ ਨੰਬਰ ਹੈ ਉਹ +1 ਹੋ ਜਾਊਗਾ ਜੀ। ਪਰ ਤੁਸੀਂ ਏਜ ਨੂੰ ਜੇ ਆਪਣੇ ਮਾਈਂਡ ਦੇ ਵਿੱਚ ਰੱਖੋਗੇ ਤਾਂ ਤੁਸੀਂ ਕੁਝ ਨਹੀਂ ਕਰ ਪਾਓਗੇ, ਕਿਉਂਕਿ ਜਿਹੜੀ ਸਾਡੀ ਸੁਸਾਇਟੀ ਹੈ ਉਹਨਾਂ ਨੇ ਵੀ ਤੁਹਾਨੂੰ ਡੀਮੋਟੀਵੇਟ ਕਰਨਾ ਹੈ ਵੀ ਹਲੇ ਤੂੰ ਮਤਲਬ ਜਿੱਦਾਂ ਮੰਨ ਲਓ ਕੋਈ 12 ਸਾਲ ਦਾ 13 ਸਾਲ ਦਾ ਵੀ ਹਲੇ ਤੂੰ ਆਪਣੀ 7ਵੀਂ 8ਵੀਂ ਕਰ, 12ਵੀਂ ਕਰ, ਉਸ ਤੋਂ ਬਾਅਦ ਫਿਰ ਤੂੰ ਕੋਈ ਡਿਗਰੀ ਲੈ, ਉਸ ਤੋਂ ਬਾਅਦ ਕੁਝ ਸੋਚੀ, ਕਮਾਉਣ ਦਾ ਹੋ ਗਿਆ ਹੋਰ ਕਿਸੇ ਚੀਜ਼ ਦਾ। ਬਟ ਮੈਂ ਇਹ ਸੋਚਦਾ ਵਾਂ ਵੀ ਅਸੀਂ ਹੁਣੇ ਕਿਉਂ ਨਹੀਂ ਕਰ ਸਕਦੇ? ਵੱਡੇ ਹੋ ਕੇ ਕਿਉਂ? ਕੀ ਬਾਤ ਹੈ। ਮਤਲਬ ਕੀ ਕਾਰਨ ਹੈ ਵੀ ਵੱਡੇ ਹੋ ਕੇ ਹੀ ਆਪਾਂ ਕਰਨਾ ਹੈ? ਜਦੋਂ ਆਪਾਂ 20-22 ਸਾਲ ਦੇ ਹੋ ਗਏ ਉਦੋਂ ਅਸੀਂ ਕੁਝ ਕਰਨਾ ਹੈ? ਅਸੀਂ ਹੁਣੇ ਮਤਲਬ ਸਾਡੇ ਕੋਲ ਇੰਨਾ ਵਧੀਆ ਦਿਮਾਗ ਹੈਗਾ, ਅਸੀਂ ਉਹਦਾ ਇਸਤੇਮਾਲ ਲਈਏ ਤੇ ਅਸੀਂ ਉਹਦੇ ਵਿੱਚ ਹੋਰ ਵੀ ਕੰਮ ਕਰੀਏ ਐਂਡ ਸਾਨੂੰ ਜੋ ਇੰਟਰਸਟ ਹੈ ਅਸੀਂ ਉਹਦਾ ਕੰਮ ਕਰੀਏ, ਕਿਉਂਕਿ ਸਾਡਾ ਜਿਹੜਾ ਇੰਟਰਸਟ ਹੈ ਉਹ ਆਪਣੇ ਆਪ ਦਿਖਲਾਉਂਦਾ ਹੈ ਹਰ ਬੰਦੇ ਨੂੰ। ਕਿਸੇ ਨੂੰ ਡਾਂਸ ਦੇ ਵਿੱਚ ਇੰਟਰਸਟ ਹੈ, ਮਿਊਜ਼ਿਕ ਦੇ ਵਿੱਚ ਹੈ, ਤੇ ਜੋ ਤੁਹਾਡਾ ਇੰਟਰਸਟ ਹੈ ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛੋ ਵੀ ਮੰਮੀ ਪਾਪਾ ਮੈਨੂੰ ਇਹ ਚੀਜ਼ ਤੁਸੀਂ ਅਕੈਡਮੀ ਹੈ ਕੋਈ ਉਦੋਂ ਜੁਆਇਨ ਕਰਵਾਓ, ਕਿਉਂਕਿ ਤੁਹਾਡਾ ਜਿਹੜਾ ਪੈਸ਼ਨ ਹੈ ਉਹ ਛੋਟੀ ਏਜ ਦੇ ਵਿੱਚ ਆਂਦਾ ਹੈ ਤੇ ਵੱਡੇ ਹੋ ਕੇ ਤਾਂ ਫਿਰ ਤੁਸੀਂ ਉਹੀ ਜੰਗਲ ਦੇ ਵਿੱਚ ਫਸ ਜਾਣਾ ਹੈ। ਬਿਲਕੁਲ ਬਿਲਕੁਲ, ਬਹੁਤ ਵਧੀਆ ਸੋਚ ਤੁਸੀਂ ਰੱਖਦੇ ਹੋ। ਉਮੀਦ ਕਰਦੇ ਹੋ ਕਿ ਇਸੇ ਤਰ੍ਹਾਂ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਮੈਦਾਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ।